ਧੂਰੀ ਦਾ ਭਖਦਾ ਮਸਲਾ ਕਿਹੜੇ ਉਹ ਕੰਮ ਨੇ ਜਿਹੜੇ 5 ਸਾਲਾਂ ਦੇ ਕਾਰਜਕਾਲ ਦੌਰਾਨ ਦਲਬੀਰ ਸਿੰਘ ਗੋਲਡੀ ਦੇ ਵੱਲੋਂ ਨਹੀਂ ਕਰਵਾਏ ਗਏ। ਲੱਗਦਾ ਸੀ ਕਿ ਇਹ ਹੋ ਜਾਣੇ ਚਾਹੀਦੇ ਸੀ। ਕਿਹੜੇ ਜਿਹੇ ਕੰਮ ਰਹਿ ਗਏ ਨੇ? ਜੇ ਆਪਾਂ ਪ੍ਰੈਕਟੀਕਲੀ ਦੇਖੀਏ ਤਾਂ ਸਾਲ ਤਾਂ ਸਾਨੂੰ 3 ਮਿਲੇ। ਹਰ ਵਾਰ ਕਾਂਗਰਸ ਇਸ ਪਾਸੋਂ ਨਿਕਲ ਜਾਂਦੀ ਹੈ, ਉਹਨਾਂ ਨੂੰ ਇੱਕ ਬੜਾ ਸੌਖਾ ਜਿਹਾ ਰਸਤਾ ਮਿਲ ਜਾਂਦਾ ਕਿ ਕਹਿ ਦਿਓ ਕਿ ਕੋਵਿਡ ਸੀ, ਕੋਵਿਡ ਦੇ ਦੌਰਾਨ ਅਸੀਂ ਇਹ ਚੀਜ਼ਾਂ ਨਹੀਂ ਕਰ ਸਕੇ। ਨਹੀਂ, ਪਰ ਜੇ ਗੱਲ ਮੈਂ ਧੂਰੀ ਦੀ ਦੇਖਾਂ, ਕਿਉਂਕਿ ਮੈਂ ਗੱਲ ਕਾਂਗਰਸ ਦੀ ਨਹੀਂ ਕਰੂੰਗੀ, ਟੂ ਬੀ ਵੈਰੀ ਓਨੈਸਟ। ਕਾਂਗਰਸ ਕਹਿੰਦੀ ਹੈ ਕਿ ਅਸੀਂ 40% ਫੀਮੇਲ ਲਈ ਰੱਖਿਆ ਹੈ, ਪਰ ਪੰਜਾਬ ਦੀ ਆਪਾਂ ਗੱਲ ਕਰ ਲੈਂਦੇ ਹਾਂ ਤਾਂ ਪੰਜਾਬ ਪੋਲਿਟਿਕਸ ਦੇ ਵਿੱਚ ਉਹ 40% ਕਿੱਧਰੇ ਵੀ ਦਿਖਦਾ ਨਹੀਂ ਹੈ ਆਪਾਂ ਨੂੰ। ਨਹੀਂ, ਇਹਦੇ 'ਚ ਤਾਂ ਹੁਣ ਆਪਣੀ ਕੈਪੇਬਿਲਿਟੀ ਵੀ ਹੋਣੀ ਚਾਹੀਦੀ ਹੈ। ਤੁਸੀਂ ਕਿਹਾ ਕਿ ਪਾਰਟੀ ਨੇ ਔਰਤਾਂ ਦਾ ਸਤਰ ਉੱਚਾ ਚੱਕਿਆ। ਇੱਥੇ ਮੇਰੇ ਦਿਮਾਗ 'ਚ ਰਜਿੰਦਰ ਕੌਰ ਭੱਠਲ ਆਉਂਦੇ ਨੇ, ਐਕਸ CM ਰਹੇ ਨੇ, ਇੱਕ ਤਾਕੜ ਲੀਡਰ ਰਹੇ ਨੇ। ਇਸ ਵਕਤ ਕਾਂਗਰਸ ਨੇ ਉਹਨਾਂ ਨੂੰ ਹਾਸ਼ੀਏ ਤੇ ਕਿਉਂ ਕਰ ਦਿੱਤਾ? ਪਿਛਲੇ ਦਿਨੀ ਕੰਪੇਨ ਕੀਤੀ ਗਈ ਕਿ ਪੰਜਾਬ ਦੀ ਆਪਣਾ ਹੱਕ ਜਾਣਦੀ, ਉੱਥੇ ਮਨੀਸ਼ਾ ਲਾਂਬਾ ਸੀ, ਨਵਜੋਤ ਕੌਰ ਸਿੱਧੂ ਸੀ, ਉਸ ਵਕਤ ਰਜਿੰਦਰ ਕੌਰ ਭੱਠਲ ਨਹੀਂ ਸੀ। ਜਲੰਧਰ 'ਚ ਬਗਾਵਤ ਕੀਤੀ ਹੈ ਗੀਤਾ ਸੇਠੀ ਜੀ ਨੇ, ਕਿਉਂਕਿ ਬੇਰੀ ਸਾਹਿਬ ਨੂੰ ਟਿਕਟ ਦੇ ਦਿੱਤੀ ਗਈ, ਉਹਨਾਂ ਨੂੰ ਦਿੱਤੀ ਨਹੀਂ। ਇੱਥੇ ਫਿਰ ਔਰਤਾਂ ਨੂੰ ਤਵੱਜੋ ਕਿਉਂ ਨਹੀਂ ਦਿੱਤੀ ਗਈ? ਉਹਨਾਂ ਨੂੰ ਬਗਾਵਤ ਕਰਨ ਦੀ ਨੌਬਤ ਆ ਜਾਂਦੀ ਹੈ। ਨਹੀਂ, ਇਹ ਜਿਵੇਂ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਕਿ ਤੁਸੀਂ ਪੋਲੀਟੀਕਲੀ ਤਾਂ ਮੈਨੂੰ ਬਹੁਤ ਜ਼ਿਆਦਾ ਪਾਰਟੀ ਬਾਰੇ ਪਤਾ ਐਜ਼ ਫੀਮੇਲ ਗੱਲ ਕਰ ਲੈਂਦੇ। ਐਜ਼ ਫੀਮੇਲ ਜੇ ਮੈਂ ਗੱਲ ਕਰਾਂ, ਜੇ ਇਹਨੂੰ ਆਪਾਂ ਫੀਮੇਲ ਤੇ ਮੈਨ ਦੀ ਲੜਾਈ ਹਟਾ ਕੇ ਕੈਪੇਬਿਲਿਟੀ ਦੀ ਲੜਾਈ ਦੇਖ ਲਈ, ਕਿਉਂਕਿ ਕੈਪੇਬਿਲਿਟੀ ਪਾਰਟੀ ਨੇ ਦੇਖਣਾ। ਉਹਦੇ ਬਾਰੇ ਹੁਣ ਮੈਨੂੰ ਵੀ ਨਹੀਂ ਪਤਾ ਕਿ ਕਹਿੰਦੇ ਨੇ ਕਿ ਇੱਥੋਂ ਭਗਵੰਤ ਮਾਨ ਸਾਹਿਬ ਚੋਣ ਲੜਨਗੇ ਤੇ ਦੂਜੇ ਪਾਸੇ ਦਲਬੀਰ ਸਿੰਘ ਗੋਲਡੀ ਸਿਟਿੰਗ MLA ਆ। ਇਹਨਾਂ ਸਾਰੀਆਂ ਚੀਜ਼ਾਂ ਨੂੰ, ਚੁਣੌਤੀਆਂ ਨੂੰ ਤੁਸੀਂ ਕਿਸ ਤਰ੍ਹਾਂ ਨਾਲ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਸਾਹਮਣੇ ਰਹਿ ਸਕਦੀਆਂ? ਭਗਵੰਤ ਮਾਨ ਸਾਹਿਬ ਇੱਕ ਗੱਲਾਂ ਜੁਮਲੇ ਬਹੁਤ ਵਧੀਆ ਛੱਡ ਦਿੰਦੇ ਨੇ, ਪਰ ਪ੍ਰੈਕਟੀਕਲੀ ਗਰਾਊਂਡ 'ਚ ਉਹਨਾਂ ਦੀ ਨਾ ਪ੍ਰੈਜ਼ੈਂਸ ਹੈ। ਉਹਨਾਂ ਨੇ ਸਿਰਫ 14 ਚਾਹੇ ਵੋਟਾਂ ਲੈ ਗਏ, 19 ਚਾਹੇ ਵੋਟਾਂ ਲੈ ਗਏ, ਕੋਈ ਸੁੱਖ ਦੁੱਖ 'ਚ ਟਰਸਟ ਮੀ ਜਸਮੀਤ ਕਿਸੇ ਸੁੱਖ ਦੁੱਖ 'ਚੋਂ ਕਦੇ ਨਹੀਂ ਆਏ। ਲੀਡ ਵੀ ਵੱਧ ਧੂਰੀ 'ਚੋਂ ਮਿਲੀ ਆ ਉਹਨਾਂ ਨੇ ਕਿਉਂਕਿ ਉਹ ਗੋਲਡੀ ਦੇ ਆਪੋਜ਼ਿਟ ਨਹੀਂ ਸੀ ਜਦ ਉਹਨਾਂ ਨੂੰ ਲੀਡ ਮਿਲੀ ਸੀ। ਐਤਕੀ ਗੋਲਡੀ ਦੇ ਆਪੋਜ਼ਿਟ ਨੇ। ਫਰਕ ਚਿਹਰਿਆਂ ਦਾ, ਫਰਕ ਕਿਰਦਾਰ ਦਾ। ਕਿਰਦਾਰ ਔਰ ਚਿਹਰੇ ਬਹੁਤ ਮੈਟਰ ਕਰਦੇ ਨੇ, ਪਾਰਟੀਆਂ ਮੈਟਰ ਨਹੀਂ ਕਰਦੀਆਂ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਜਸਮੀਤ। ਬੋਲੋ ਨੇਤਾ ਜੀ ਪ੍ਰੋਗਰਾਮ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਅਸੀਂ ਪਹੁੰਚੇ ਹਾਂ ਵਿਧਾਨ ਸਭਾ ਹਲਕਾ ਧੂਰੀ ਤੇ ਅੱਜ ਤੁਹਾਨੂੰ ਅਸੀਂ ਇੱਕ ਅਜਿਹੀ ਮਹਿਲਾ ਲੀਡਰ ਦੇ ਨਾਲ ਤਾਰੂਫ ਕਰਵਾਉਣ ਜਾ ਰਹੇ ਹਾਂ ਜੋ ਆਪਣੀ ਗੱਲ ਬੇਬਾਕੀ ਦੇ ਨਾਲ ਨਿਧੜਕ ਹੋ ਕੇ ਰੱਖਦੀ ਹੈ। ਭਾਸ਼ਣ ਵੀ ਬਹੁਤ ਸੋਹਣੇ ਦਿੰਦੇ ਨੇ ਤੇ ਲੋਕ ਸੁਣਦੇ ਰਹਿ ਜਾਂਦੇ ਨੇ। ਮੈਂ ਗੱਲ ਕਰ ਰਹੀ ਹਾਂ ਧੂਰੀ ਤੋਂ ਸਿਟਿੰਗ MLA ਦਲਬੀਰ ਸਿੰਘ ਗੋਲਡੀ ਦੀ ਧਰਮ ਪਤਨੀ ਸਿਮਰਤ ਕੌਰ ਖੰਗੂੜਾ ਦੀ। ਸਾਡੇ ਨਾਲ ਮੌਜੂਦ ਨੇ ਤੇ ਇਸ ਚੋਣ ਦ੍ਰਿਸ਼ ਨੂੰ ਲੈ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਸਿਮਰਤ। ਥੈਂਕ ਯੂ ਜਸਮੀਤ, ਥੈਂਕ ਯੂ ਜੀ। ਮੇਰਾ ਸਭ ਤੋਂ ਪਹਿਲਾ ਸਵਾਲ, ਧੂਰੀ ਦਾ ਭਖਦਾ ਮਸਲਾ ਕਿਹੜਾ ਹੈ? ਧੂਰੀ ਦਾ ਜੇ ਆਪਾਂ ਮਸਲੇ ਦੀ ਗੱਲ ਕਰੀਏ, ਜਦ ਧੂਰੀ 2017 'ਚ ਗੋਲਡੀ ਜੀ ਨੂੰ ਮਿਲੀ, ਜਿੰਨੀਆਂ ਸੜਕਾਂ ਸੀ, ਲਿੰਕਡ ਸੜਕਾਂ ਸੀ, ਸਾਰੀਆਂ ਟੁੱਟੀਆਂ ਹੋਈਆਂ ਸੀ। ਵੱਡੇ ਪੁਲ, ਜਹਾਂਗੀਰ ਵਾਲੇ ਪੁਲ, ਉਹ ਟੁੱਟੇ ਹੋਏ ਸੀ। ਮਤਲਬ ਸਾਨੂੰ ਤਾਂ ਟੁੱਟ ਫੁੱਟ ਇੰਨੀ ਮਿਲੀ ਸੀਗੀ ਕਿ ਬਹੁਤ ਸਾਲਾਂ ਤੋਂ, ਤਕਰੀਬਨ ਜੇ ਆਪਾਂ ਗੱਲ ਕਰੀਏ ਤਾਂ ਦਹਾਕਿਆਂ ਤੋਂ ਉੱਥੇ ਕੰਮ ਨਹੀਂ ਹੋਇਆ। ਸੜਕਾਂ ਤਾਂ ਟੁੱਟੀਆਂ ਹੋਈਆਂ ਸੀ। ਲੋਕ ਕਹਿ ਦਿੰਦੇ ਨੇ ਕਿ ਗਲੀਆਂ ਨਾਲੀਆਂ ਮਸਲਾ ਛੋਟਾ ਹੈ, ਆਪਾਂ ਵੱਡੀ ਗੱਲ ਕਰੀਏ। ਜਦ ਗਲੀਆਂ ਨਾਲੀਆਂ ਹੀ ਨਹੀਂ ਸੀ, ਹੁਣ ਜਸਮੀਤ ਤੁਸੀਂ ਲੇਡੀ ਹੋ, ਮੈਂ ਲੇਡੀ ਹਾਂ, ਆਪਾਂ ਘਰ ਸਾਫ਼ ਕਰ ਲੈਂਦੇ ਹਾਂ। ਬਾਹਰੋਂ ਜਦ ਗੰਦੇ ਪੈਰ ਜਾਣਗੇ, ਉਹ ਸਫਾਈ ਦਾ ਕੋਈ ਫਾਇਦਾ ਹੈ? ਪਹਿਲਾਂ ਤੋਂ ਬਾਹਰਲੀ ਸਫਾਈ ਜ਼ਰੂਰੀ ਸੀ ਨਾ ਕਰਨੀ। ਸਾਰੀਆਂ ਵੱਡੀਆਂ ਲਿੰਕਡ ਰੋਡ ਜੋ ਧੂਰੀ ਨੂੰ ਲਿੰਕ ਕਰਦੀਆਂ ਸੀ ਹੋਰ ਹਲਕਿਆਂ ਨਾਲ, ਚਾਹੇ ਉਹ ਬਰਨਾਲਾ ਹਲਕੇ ਨੂੰ ਕਰਦੀ ਸੀ, ਚਾਹੇ ਇੱਧਰੋਂ ਭਲਵਾਨ ਤੋਂ ਕਰਦੀ ਸੀ, ਲੱਡੇ ਤੋਂ ਕਰਦੀ ਸੀ, ਸਾਰੀਆਂ ਟੁੱਟੀਆਂ ਹੋਈਆਂ ਮਿਲੀਆਂ। ਬੜੇ ਪੁਲ ਸਾਨੂੰ ਸਾਰੇ ਟੁੱਟੇ ਹੋਏ ਮਿਲੇ। ਤਾਂ ਸਾਡੇ ਲਈ ਤਾਂ ਇਹੀ ਮਸਲਾ ਸਭ ਤੋਂ ਵੱਡਾ ਸੀ ਕਿ ਅਸੀਂ ਆਪਣੀ ਧੂਰੀ ਨੂੰ ਜਿਵੇਂ ਉਹ ਲਿੰਕ ਕਰਦੀ ਹੈ ਸਾਰਿਆਂ ਨਾਲ, ਪਹਿਲਾਂ ਉਹਦੇ ਰਾਹ ਖੋਲੀਏ। ਅਸੀਂ ਉਹ ਰਾਹ ਖੋਲੇ, ਜਿੰਨੇ ਸੜਕਾਂ, ਜਿੰਨੇ ਪੁਲ ਸਾਨੂੰ ਟੁੱਟੇ ਹੋਏ ਮਿਲੇ, ਅੱਜ ਉਹ ਸਾਰੇ A1 ਕਲਾਸ 'ਚ ਗੋਲਡੀ ਜੀ ਨੇ ਬਣਾਤੇ। ਤੇ ਅਜਿਹੇ ਕਿਹੜੇ ਉਹ ਕੰਮ ਨੇ ਜਿਹੜੇ 5 ਸਾਲਾਂ ਦੇ ਕਾਰਜਕਾਲ ਦੌਰਾਨ ਦਲਬੀਰ ਸਿੰਘ ਗੋਲਡੀ ਦੇ ਵੱਲੋਂ ਨਹੀਂ ਕਰਵਾਏ ਗਏ? ਲੱਗਦਾ ਸੀ ਕਿ ਇਹ ਹੋ ਜਾਣੇ ਚਾਹੀਦੇ ਸੀ। ਕਿਹੜੇ ਅਜਿਹੇ ਕੰਮ ਰਹਿ ਗਏ ਨੇ? ਤਕਰੀਬਨ ਕੰਮ ਤਾਂ ਜੇ ਮੈਂ ਕਹਾਂ, ਤੁਸੀਂ ਹੁਣੇ ਕਿਹਾ ਕਿ 5 ਸਾਲ ਦੌਰਾਨ ਜੇ ਆਪਾਂ ਪ੍ਰੈਕਟੀਕਲੀ ਦੇਖੀਏ ਤਾਂ ਸਾਲ ਤਾਂ ਸਾਨੂੰ 3 ਮਿਲੇ। 2 ਸਾਲ ਤਾਂ ਬਿਲਕੁਲ ਕੋਵਿਡ 'ਚ ਖਰਾਬ ਹੀ ਹੋ ਗਏ। ਸਿਰਫ ਇਹ ਜਿੰਨਾ ਵੀ ਅਸੀਂ ਕੰਮ ਕਰ ਸਕੇ, ਸਾਡੇ ਕੋਲੇ 3 ਸਾਲ ਸੀ ਤੇ 3 ਸਾਲ ਦੇ ਵਿੱਚ ਅਸੀਂ ਆਪਣਾ ਜਿਹੜਾ ਮੈਨੀਫੈਸਟੋ ਅਸੀਂ ਲੈ ਕੇ ਗਏ ਸੀ, ਤਕਰੀਬਨ 90% ਅਸੀਂ ਉਹਨੂੰ ਫਿਨਿਸ਼ ਆਫ ਕਰ ਚੁੱਕੇ ਹਾਂ। ਤੇ ਜਿਹੜੀ ਵੱਡੀਆਂ ਗੱਲਾਂ ਨੇ ਜਿਨ੍ਹਾਂ ਦੇ ਸਾਨੂੰ ਗ੍ਰਾਂਟਸ ਵੀ ਮਿਲ ਚੁੱਕੀਆਂ ਨੇ, ਸਿਰਫ ਆ ਦਿਨ ਥੋੜੇ ਹੋਣ ਕਰਕੇ ਉਹ ਇਨੋਗਰੇਟ ਨਹੀਂ ਹੋ ਸਕੇ, ਪਰ ਆਉਣ ਵਾਲੇ ਟਾਈਮ 'ਚ ਉਹ ਕੰਮ ਵੀ ਦੂਰ ਨਹੀਂ ਰਹਿ ਜਾਣੇ। ਵੈਸੇ ਸਿਮਰਤ, ਇੱਕ ਚੀਜ਼ ਹੈ ਕਿ ਹਰ ਵਾਰ ਕਾਂਗਰਸ ਇਸ ਪਾਸੋਂ ਨਿਕਲ ਜਾਂਦੀ ਹੈ, ਉਹਨਾਂ ਨੂੰ ਇੱਕ ਬੜਾ ਸੌਖਾ ਜਿਹਾ ਰਸਤਾ ਮਿਲ ਜਾਂਦਾ ਕਿ ਕਹਿ ਦਿਓ ਕਿ ਕੋਵਿਡ ਸੀ, ਕੋਵਿਡ ਦੇ ਦੌਰਾਨ ਅਸੀਂ ਇਹ ਚੀਜ਼ਾਂ ਨਹੀਂ ਕਰ ਸਕੇ। ਨਹੀਂ, ਪਰ ਜੇ ਗੱਲ ਮੈਂ ਧੂਰੀ ਦੀ ਦੇਖਾਂ, ਕਿਉਂਕਿ ਮੈਂ ਗੱਲ ਕਾਂਗਰਸ ਦੀ ਨਹੀਂ ਕਰੂੰਗੀ, ਟੂ ਬੀ ਵੈਰੀ ਓਨੈਸਟ, ਆਈ ਐਮ ਨੋਟ ਅ ਲੀਡਰ, ਆਈ ਐਮ ਜਸਟ ਅ ਸਪੋਰਟਰ ਐਂਡ ਆਈ ਐਮ ਅ ਸਪੋਰਟਰ ਆਫ ਮਾਈ ਹਸਬੈਂਡ। ਤੇ ਮੇਰੇ ਹਸਬੈਂਡ ਦੀ ਜੇ ਗੱਲ ਕਰਾਂ ਤਾਂ ਕਿਤੇ ਵੀ ਉਹਨਾਂ ਨੂੰ ਇਹ ਬਹਾਨਾ ਮਾਰਨ ਦੀ ਜ਼ਰੂਰਤ ਨਹੀਂ
ਕਿਉਂਕਿ ਮੈਨੀਫੈਸਟੋ 97% ਕੰਪਲੀਟ ਕਰਨਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਮੈਨੀਫੈਸਟੋ ਤਾਂ ਮੈਂ ਇਹ ਵੀ ਕਹਿ ਸਕਦੀ ਹਾਂ ਕਿ ਤਕਰੀਬਨ 100% ਹੀ ਕੰਪਲੀਟ ਹੈ, ਬਟ 100% ਤਾਂ ਸਿਰਫ ਪਰਮਾਤਮਾ ਦਾ ਰੱਬ ਦਾ ਨਾਮ ਹੁੰਦਾ ਹੈ। ਤੇ ਜੇ ਆਪਾਂ ਗੱਲ ਕਰੀਏ, ਜਿੰਨੇ ਵੀ ਮੇਰੇ ਹਸਬੈਂਡ ਨੇ ਬਹੁਤ ਬਰੀਕੀ ਤੌਰ ਤੇ ਐਜੂਕੇਸ਼ਨ ਤੇ ਕੰਮ ਕੀਤਾ, ਸਪੋਰਟਸ ਤੇ ਕੰਮ ਕੀਤਾ, ਜਿੱਥੇ ਆਪਾਂ ਹੁਣ ਵੀ ਖੜੇ ਆ। ਇਹ ਇੱਕ ਟਰੈਕ ਬਣਿਆ ਹੋਇਆ ਹੈ। ਇਹ ਟਰੈਕ ਦੇ ਇਹ ਜੇ ਦੋ ਵੱਡੇ ਟਰੈਕ, ਸਿੰਡਰ ਟਰੈਕ ਕਹਿੰਦੇ ਨੇ ਇਹਨਾਂ ਨੂੰ, ਇਹ ਸਿੰਡਰ ਟਰੈਕ 2 ਹਲਕੇ 'ਚ ਲੈ ਕੇ ਆਏ, ਜਿੱਥੇ ਬੱਚੇ ਜਿਵੇਂ ਜਿਨ੍ਹਾਂ ਨੇ ਆਰਮੀ 'ਚ ਜਾਣਾ ਹੁੰਦਾ, ਪੁਲਿਸ 'ਚ ਜਾਣਾ ਹੁੰਦਾ, ਉਹ ਰੋਡਾਂ ਤੇ ਭੱਜਦੇ ਸੀ। ਔਰ ਜਦ ਆਪਾਂ ਰੋਡਾਂ ਤੇ ਭੱਜਦੇ ਹਾਂ, ਤੁਸੀਂ ਵੀ ਫਿਟਨੈਸ ਮੈਨੂੰ ਲੱਗਦਾ ਕਿ ਬਹੁਤ ਆਪਣਾ ਧਿਆਨ ਰੱਖਦੇ ਹੋ, ਤੇ ਜਦ ਆਪਾਂ ਭੱਜੀਏ ਚਾਹੇ ਟ੍ਰੈਡਮਿਲ ਤੇ ਚਾਹੇ ਰੋਡ ਤੇ, ਆਪਣੇ ਗੋਡੇ ਬਹੁਤ ਛੇਤੀ ਖਰਾਬ ਹੁੰਦੇ ਨੇ। ਇਹੀ ਚੀਜ਼ਾਂ ਦੀ ਬੱਚਿਆਂ ਦੀ ਹੈਲਥ ਨੂੰ ਲੈ ਕੇ ਹੀ ਗੋਲਡੀ ਜੀ, ਤਾਂ ਕਿ ਸਾਡੇ ਬੱਚੇ ਬਹੁਤ ਬਾਖੂਬੀ ਆਪਣੇ ਆਪ ਦਾ ਹੁਨਰ ਜਿਹੜਾ ਜਦ ਇਹਨਾਂ 'ਚ ਹੁੰਦਾ ਕਿ ਆਪਣਾ ਟਰੈਕ ਪਾਸ ਕਰਨੇ ਆ ਜਾਂ ਸਾਰੇ ਪਾਸ ਕਰਨੇ ਆ, ਤੇ ਟਰੈਕਸ ਬਣੇ ਤਾਂ ਕਿ ਉਹ ਆਪਣੇ ਆਪ ਦਾ ਹੁਨਰ ਦਿਖਾ ਸਕਣ, ਇੱਥੇ ਉਹ ਪ੍ਰੈਕਟਿਸ ਕਰ ਸਕਣ। 28 ਲੱਖ ਰੁਪਏ ਦੇ ਤਕਰੀਬਨ ਲਾਗਤ ਨਾਲ ਆਪਣਾ ਆ ਵੀ ਬਣਿਆ ਹੋਇਆ, ਜਿੱਥੇ ਆਪਾਂ ਹੁਣ ਖੜੇ ਇੱਕ ਬਰਡਵਾਲ ਕਾਲਜ ਦੇ ਵਿੱਚ ਬਣਿਆ ਹੋਇਆ। ਜੇ ਸਪੋਰਟਸ ਦੀ ਹੀ ਗੱਲ ਕਰਾਂ, ਮੈਂ ਸਪੋਰਟਸ ਦੇ ਤਕਰੀਬਨ ਮੈਨੂੰ ਲੱਗਦਾ 50 ਤੋਂ 60 ਸਪੋਰਟਸ ਦੇ ਵੱਡੇ ਵੱਡੇ ਗਰਾਊਂਡਸ ਇੱਦਾਂ ਦੇ ਬਣ ਚੁੱਕੇ ਨੇ, ਜਿੱਥੇ ਵਾਲੀਬਾਲ ਬੱਚੇ ਖੇਲਦੇ ਨੇ। ਕਿਉਂਕਿ ਸ਼ਾਮ ਨੂੰ ਅਕਸਰ ਆਪਾਂ ਵਿਹਲੇ ਹੁੰਦੇ ਆ ਪਿੰਡਾਂ 'ਚ, ਜੇ ਆਪਾਂ ਵਿਹਲੇ ਹੋਵਾਂਗੇ ਤਾਂ ਧਿਆਨ ਨੈਗੇਟਿਵਿਟੀ ਵੱਲ ਜਾਂਦਾ। ਕਹਿੰਦੇ ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਤੇ ਉਹ ਸ਼ੈਤਾਨ ਦਾ ਘਰ ਨਾ ਬਣੇ, ਬੱਚੇ ਆਪਣੇ ਆਪ ਨੂੰ ਬਿਜ਼ੀ ਰੱਖਣ ਖੇਲਣ 'ਚ, ਤਾਂ ਗੋਲਡੀ ਜੀ ਨੇ ਪਿੰਡੋ ਪਿੰਡੀ ਟਰੈਕ ਬਣਾਏ। ਸਿਰਫ ਟਰੈਕ ਨਹੀਂ, ਮੈਂ ਜਿਵੇਂ ਗੱਲ ਕਰ ਰਹੀ ਸੀ ਐਜੂਕੇਸ਼ਨ ਦੀ, ਜੇ ਗੱਲ ਕਰੀਏ, ਸਾਡੇ ਇੱਥੇ ਇੱਕ ਕਾਲਜ ਹੈ ਯੂਨੀਵਰਸਿਟੀ ਕਾਲਜ ਬੇਂਦੜਾ। ਜਦ ਅਸੀਂ 2017 'ਚ ਆਏ, ਸਿਰਫ 150 ਬੱਚਾ ਸੀ, ਅੱਜ 1800 ਬੱਚਾ ਪਲੱਸ ਹੋ ਚੁੱਕਿਆ ਉੱਥੇ। ਉਹ ਸ਼ਹਿਰ ਤੋਂ ਥੋੜ੍ਹਾ ਜਿਹਾ ਦੂਰ ਸੀ। ਉੱਥੇ ਜਿੰਨੇ ਵੀ ਕੋਰਸਿਸ ਗੋਲਡੀ ਜੀ ਲੈ ਕੇ ਆਏ, ਪਹਿਲਾਂ ਸਿਰਫ ਉੱਥੇ ਆਰਟਸ ਦਾ ਕੋਰਸ ਹੁੰਦਾ, ਕਿਉਂਕਿ ਉਹ ਖੁਦ ਇੱਕ ਐਜੂਕੇਸ਼ਨ ਸਿਸਟਮ 'ਚੋਂ ਨਿਕਲੇ ਨੇ, ਐਜੂਕੇਸ਼ਨ ਲੀਡਰ ਬਣ ਕੇ ਉਹ ਨਿਕਲੇ ਨੇ, ਤੇ ਉਹਨਾਂ ਨੇ ਉੱਥੇ ਕੋਰਸਿਸ ਕਾਫੀ ਸਾਰੇ ਇੰਟਰੋਡਿਊਸ ਕੀਤੇ। ਨਾਲੇ ਜਿਵੇਂ ਉੱਥੇ ਕੁੜੀਆਂ ਸੀਗੀਆਂ, ਸ਼ਹਿਰ ਤੋਂ ਦੂਰ ਹੋਣ ਕਰਕੇ, ਮਤਲਬ ਇੱਕ ਮਿਡਲ ਕਲਾਸ ਲੈਵਲ ਦੀਆਂ ਬੱਚੇ ਉੱਥੇ ਪੜ੍ਹਦੇ ਨੇ, ਤੇ ਉਹਨਾਂ ਨੂੰ ਕੋਲ ਕੋਈ ਸਾਧਨ ਨਹੀਂ ਸੀਗੇ ਕਾਲਜ ਤੱਕ ਜਾਣ ਦੇ। ਗੋਲਡੀ ਜੀ ਨੇ ਆਪਣੇ ਕੋਲੋਂ, ਆਪਣੀ ਫਾਊਂਡੇਸ਼ਨ ਵੱਲੋਂ ਉੱਥੇ ਬੱਸ ਵੀ ਚਲਾਈ, ਤਾਂ ਕਿ ਮੇਰੀਆਂ ਬੱਚੀਆਂ ਨੂੰ, ਉਹਨਾਂ ਦੀ ਹਲਕੇ ਦੀ ਬੱਚੀਆਂ ਨੂੰ ਕੋਈ ਦਿੱਕਤ ਨਾ ਆਵੇ। ਤੇ ਤੁਹਾਨੂੰ ਗੱਲ ਦੱਸਦੀ ਹਾਂ, ਜਿਸ ਦਿਨ ਅਸੀਂ ਇਹ ਬੱਸ ਚਲਾਈ, ਇੱਕ ਛੋਟੀ ਜਿਹੀ ਬੱਚੀ ਨੇ ਮੈਨੂੰ ਹੱਕ ਕੀਤਾ, ਸ਼ਾਇਦ ਮੇਰੇ ਕੋਲ ਵੀਡੀਓ ਵੀ ਹੋਵੇ, ਮੈਂ ਸਾਂਝੀ ਕਰੂੰਗੀ। ਮੈਨੂੰ ਹੱਕ ਕੀਤਾ ਤੇ ਮੈਨੂੰ ਕਹਿੰਦੀ, ਅੱਖਾਂ ਭਰ ਲੀਆਂ, ਕਹਿੰਦੀ ਦੀਦੀ ਤੁਸੀਂ ਮੇਰੇ ਲਈ ਆ ਵੱਡਾ ਪੁੰਨ ਦਾ ਕੰਮ ਕੀਤਾ। ਮੈਂ ਕਿਹਾ ਕਿਵੇਂ ਪੁੱਤ? ਮੈਂ ਕਿਹਾ ਤਾਂ ਸਾਰਿਆਂ ਦਾ ਹੀ ਹੋਇਆ। ਕਹਿੰਦੀ 10 ਰੁਪਏ ਟੈਂਪੂ ਦੇ ਲੱਗਦੇ ਸੀ, ਤੇ ਮੇਰੇ ਕੋਲੇ ਉਹ 10 ਰੁਪਏ ਵੀ ਰੋਜ਼ ਹੁੰਦੇ ਨਹੀਂ ਸੀ, ਤੇ ਰੋਜ਼ ਤੁਰ ਕੇ ਜਾਣਾ ਗਰਮੀ 'ਚ। ਕਹਿੰਦੀ ਸ਼ਾਮ ਨੂੰ ਜਾ ਕੇ ਮੰਮੀ ਨਾਲ ਕਿਚਨ 'ਚ ਕੰਮ ਕਰਾਉਣਾ, ਕਹਿੰਦੀ ਬੱਸ ਹੋ ਜਾਂਦੀ ਸੀ। ਕਹਿੰਦੀ ਲੋਕ ਕੰਚਕਾਂ ਬਿਠਾਉਂਦੀਆਂ ਨੇ, ਤੁਸੀਂ ਤਾਂ ਸਾਡੀਆਂ ਇੰਨੀਆਂ ਕੰਚਕਾਂ ਦਾ ਪੁੰਨ ਲੈ ਲਿਆ। ਉਹਨੇ ਮੈਨੂੰ ਹੱਕ ਕੀਤਾ। ਸ਼ਾਇਦ ਇਹੀ ਮੇਰੀ ਤੇ ਗੋਲਡੀ ਦੀ ਕਮਾਈ ਹੈ। ਕਾਂਗਰਸ ਕਹਿੰਦੀ ਹੈ ਕਿ ਅਸੀਂ 40% ਮਹਿਲਾਵਾਂ ਨੂੰ ਦੇ ਰਹੇ ਹਾਂ, ਪੰਜਾਬ ਦੇ ਵਿੱਚ ਤੇ 40% ਦਿਖਦਾ ਹੀ ਨਹੀਂ ਹੈ। ਉਹਦੇ ਲਈ ਕਾਫੀ ਜ਼ਿਆਦਾ ਆਪਾਂ ਵੀ, ਜਿਸਮੀ ਜਿਵੇਂ ਤੁਸੀਂ ਹੋ, ਮੈਂ ਆ, ਆਪਾਂ ਜਦ ਆਪਾਂ ਵਿਆਹੇ ਜਾਂਦੇ ਹਾਂ, ਆਪਾਂ ਹਸਬੈਂਡ 'ਤੇ ਕਾਫੀ ਹੱਦ ਤੱਕ ਆਪਾਂ ਡਿਪੈਂਡ ਕਰਦੇ ਹਾਂ। ਹਸਬੈਂਡ ਦੀ ਸੋਚ ਕਹੀ ਜੀ ਹੈ, ਉਹ ਆਪਣੀ ਜ਼ਿੰਦਗੀ ਬਣ ਜਾਂਦੀ ਹੈ, ਉਹਨਾਂ ਦੀ ਸੋਚ ਤੇ ਆਪਣੀ ਜ਼ਿੰਦਗੀ। ਕਿਉਂਕਿ ਜੇ ਗੋਲਡੀ ਜੀ ਨੇ ਮੈਨੂੰ ਬਰਾਬਰ ਦੀ ਮਾਨਤਾ ਦਿੱਤੀ, ਮੈਂ ਅੱਜ ਦੀ ਨਹੀਂ, ਕਾਲਜ ਟਾਈਮ ਦੀ ਉਹਨਾਂ ਦੇ ਨਾਲ ਆ। ST ਕਾਲਜ ਤੋਂ ਲੈ ਕੇ ਯੂਨੀਵਰਸਿਟੀ ਕਾਲਜ, ਜਨਰਲ ਸੈਕਟਰੀ ਦੀ ਇਲੈਕਸ਼ਨਸ, ਫਿਰ ਸਾਡੀ ਪਹਿਲੀ MLA ਦੀ ਇਲੈਕਸ਼ਨ, ਆ ਹੁਣ ਦੂਜੀ ਵੀ ਆ ਗਈ। ਉਹਨਾਂ ਦੇ ਨਾਲ ਮੈਂ ਮੋਢੇ ਤੇ ਮੋਢਾ ਨਾਲ ਲਾ ਕੇ ਚੱਲੀ, ਕਿਉਂਕਿ ਉਹਨਾਂ ਨੂੰ ਮੇਰੇ ਤੇ ਭਰੋਸਾ ਸੀ। ਪਹਿਲਾਂ ਭਰੋਸਾ ਆਪਾਂ ਨੂੰ ਘਰ 'ਚ ਹੋਣਾ ਚਾਹੀਦਾ। ਮੈਂ ਇਹਦੇ ਲਈ ਉਹਨਾਂ ਦਾ ਬਹੁਤ ਧੰਨਵਾਦੀ ਹਾਂ, ਕਿਉਂਕਿ ਕਾਫੀ ਡਿਸਪਿਊਟ ਹੁੰਦੇ ਨੇ, ਜਿਸਮੀ ਡੋਮੈਸਟਿਕ ਡਿਸਪਿਊਟ ਅੱਜ ਕੱਲ੍ਹ ਬਹੁਤ ਜ਼ਿਆਦਾ ਵੱਧ ਚੁੱਕੇ ਨੇ, ਔਰ ਇੱਕ ਲੇਡੀ ਕਦੇ ਵੀ ਜੈਂਟਸ ਨਾਲ ਇੰਨੀ ਕੰਫਰਟੇਬਲੀ ਆਪਣਾ ਦੁੱਖ ਨਹੀਂ ਰੋ ਸਕਦੀ। ਉਹਨਾਂ ਨੇ ਮੈਨੂੰ ਬਰਾਬਰ ਆਪਣੇ ਨਾਲ ਕੁਰਸੀ ਦਿੱਤੀ ਕਿ ਜਦ ਮੈਂ ਆਫਿਸ 'ਚ ਨਹੀਂ ਹੁੰਦਾ ਤੂੰ ਸਾਂਭ। ਔਰ ਜਿਹਨੇ ਡੋਮੈਸਟਿਕ ਜਿੰਨੇ ਵੀ ਇਹ ਰੌਲੇ ਆਉਂਦੇ ਸੀ, ਉਹ ਤਕਰੀਬਨ ਪਰਮਾਤਮਾ ਦੀ ਕਿਰਪਾ ਰਹੀ ਕਿ ਅਸੀਂ ਬਹੁਤ ਘੱਟ ਥਾਣੇ 'ਚ ਵੀ ਜਾਣ ਦਿੱਤੇ, ਅਸੀਂ ਆਪਣੇ ਕੋਲ ਹੀ ਉਹ ਨਿਬੇੜ ਲੈਂਦੇ ਹੁੰਦੇ ਸੀ। ਕਿਉਂਕਿ ਇੱਕ ਕਮਿਊਨੀਕੇਸ਼ਨ ਗੈਪ ਹੁੰਦਾ ਦੋ ਜਾਣਿਆਂ 'ਚ, ਜਦ ਤੁਸੀਂ ਇੱਕ ਕਮਿਊਨੀਕੇਸ਼ਨ ਗੈਪ ਭਰਨ ਦੀ ਕੋਸ਼ਿਸ਼ ਕਰਦੇ ਹੋ ਨਾ, ਤਾਂ ਕਿਸੇ ਦਾ ਸ਼ਾਇਦ ਤੁਸੀਂ ਘਰ ਬਚਾਉਂਦੇ ਹੋ। ਗੋਲਡੀ ਨੇ ਮੇਰੇ ਤੇ ਭਰੋਸਾ ਕੀਤਾ, ਐਜ਼ ਅ ਲੇਡੀ ਮੈਨੂੰ ਉਹਨਾਂ ਨੇ ਤਵੱਜੋ ਦਿੱਤੀ, ਐਜ਼ ਅ ਲੇਡੀ ਮੇਰੇ ਤੇ ਭਰੋਸਾ ਕੀਤਾ, ਤਾਂ ਅੱਜ ਮੈਂ ਬਾਕੀ ਸਾਰੀ ਲੇਡੀਆਂ ਦਾ ਇੱਕ ਮਾਧਿਅਮ ਬਣ ਕੇ ਸਰਕਾਰ ਤੱਕ, ਗੋਲਡੀ ਜੀ ਤੱਕ ਉਹਨਾਂ ਦੀ ਗੱਲ ਪਹੁੰਚਾਉਣੀ ਹੈ, ਤੇ ਉਹ ਹੱਲ ਵੀ ਹੁੰਦੀ ਹੈ। ਨਹੀਂ, ਮੇਰਾ ਸਵਾਲ ਇਹ ਸੀ ਕਿ ਤੁਹਾਡੇ ਹਸਬੈਂਡ ਕਾਂਗਰਸ ਤੋਂ ਨੇ, ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਹੋ। ਆਪਾਂ ਕਾਂਗਰਸ ਦੀ ਗੱਲ ਕਰ ਰਹੇ ਹਾਂ ਕਿ ਕਾਂਗਰਸ ਕਹਿੰਦੀ ਹੈ ਕਿ ਅਸੀਂ 40% ਫੀਮੇਲ ਲਈ ਰੱਖਿਆ, ਪਰ ਪੰਜਾਬ ਦੀ ਆਪਾਂ ਗੱਲ ਕਰ ਲੈਂਦੇ ਹਾਂ ਤਾਂ ਪੰਜਾਬ ਪੋਲਿਟਿਕਸ ਦੇ ਵਿੱਚ ਉਹ 40% ਕਿੱਧਰੇ ਵੀ ਦਿਖਦਾ ਨਹੀਂ ਹੈ ਆਪਾਂ ਨੂੰ। ਨਹੀਂ, ਇਹਦੇ 'ਚ ਤਾਂ ਹੁਣ ਆਪਣੀ ਕੈਪੇਬਿਲਿਟੀ ਵੀ ਹੋਣੀ ਚਾਹੀਦੀ ਹੈ। ਜੇ ਮੈਂ ਤੁਹਾਨੂੰ ਇੱਕ ਐਜ਼ ਅ ਡਮੀ ਖੜਾ ਕਰਦਾ
ਪਿੱਛੇ ਤੁਹਾਡੇ ਕੋਈ ਹੋਰ ਚੱਲੇ, ਉਹਨੂੰ ਤਾਂ ਫਿਰ ਮੂਹਰੇ ਲਿਆ ਕੇ ਵੀ ਕੋਈ ਫਾਇਦਾ ਨਹੀਂ ਨਾ। ਹੁਣ ਇਹਦੇ 'ਚ ਆਪਾਂ ਕਿਸੇ ਪਾਰਟੀ ਦਾ ਤਾਂ ਕਸੂਰ ਨਹੀਂ ਕੱਢ ਸਕਦੇ। ਤੁਸੀਂ ਖੁਦ ਤੁਹਾਡੇ ਘਰੋਂ ਤੁਹਾਨੂੰ ਕਿੰਨੀ ਤਵੱਜੋ ਮਿਲਦੀ ਹੈ, ਲੇਡੀ ਨੂੰ ਪਹਿਲਾਂ ਘਰੋਂ ਤਵੱਜੋ ਮਿਲਣ ਦੀ ਗੱਲ ਹੁੰਦੀ ਹੈ। ਤੇ ਮੈਨੂੰ ਲੱਗਦਾ ਹੈ ਹਰ ਇੱਕ ਲੇਡੀ ਜਿਹਦੇ ਪਿੱਛੇ ਪੰਜਾਬ 'ਚ ਜਿਹੜੀ ਧੀ ਜੰਮੀ ਪਲੀ ਹੋਵੇ ਉਹ ਤਾਂ ਹੋਈ ਸ਼ੇਰਨੀ, ਤੇ ਸ਼ੇਰਨੀਆਂ ਨੂੰ ਤਾਂ ਸਿਰਫ ਇੱਕ ਅੱਛਾ ਮਾਧਿਅਮ ਮਿਲਣ ਦੀ ਲੋੜ ਹੈ ਜਿਹਦੇ ਨਾਲ ਉਹ ਬਾਹਰ ਨਿਕਲ ਸਕਣ। ਤੇ ਕਾਂਗਰਸ ਅਜਿਹੀ, ਕਿਉਂਕਿ ਇੰਦਰਾ ਗਾਂਧੀ ਸਭ ਤੋਂ ਪਹਿਲੇ ਆਪਣੇ ਪ੍ਰਧਾਨ ਮੰਤਰੀ ਸੀ, ਲੇਡੀ ਪ੍ਰਧਾਨ ਮੰਤਰੀ, ਕਾਂਗਰਸ ਨੇ ਤਾਂ ਹਮੇਸ਼ਾ ਪਹਿਲ ਕੀਤੀ ਹੈ। ਔਰ ਜਦ ਵੀ ਸਾਨੂੰ ਕਿਤੇ ਕਾਂਗਰਸ ਨੂੰ ਕੋਈ ਲੇਡੀ ਹੀਰਾ ਮਿਲਦਾ ਹੈ, ਉਹਨੂੰ ਜ਼ਰੂਰ ਪਰਖ ਕੇ ਅੱਗੇ ਰੱਖਦਾ। ਜੇ ਆਪਾਂ ਰਜ਼ੀਆ ਸੁਲਤਾਨਾ ਜੀ ਦੀ ਗੱਲ ਕਰੀਏ, ਉਹ ਵੀ ਕਾਂਗਰਸ ਚੋਂ ਹੀ ਸੀ। ਪਹਿਲਾ ਪ੍ਰਧਾਨ ਮੰਤਰੀ ਕਾਂਗਰਸ ਦਾ ਮਹਿਲਾ, ਤੇ ਪਹਿਲੀ ਮੁੱਖ ਮੰਤਰੀ ਉਹ ਵੀ ਕਾਂਗਰਸ ਦੀ ਹੋਈ ਰਹੀ ਹੈ, ਹੋਰ ਕਿਸੇ ਪਾਰਟੀ ਦੀ ਨਹੀਂ ਰਹੀ। ਪਾਰਟੀ ਨੇ ਤਾਂ ਆਪਣੇ ਵੱਲੋਂ ਹਮੇਸ਼ਾ ਹੀ ਔਰਤਾਂ ਦਾ ਸਤਰ ਉੱਤੇ ਚੱਕਿਆ। ਤੁਸੀਂ ਕਿਹਾ ਕਿ ਪਾਰਟੀ ਨੇ ਔਰਤਾਂ ਦਾ ਸਤਰ ਉੱਚਾ ਚੱਕਿਆ। ਇੱਥੇ ਮੇਰੇ ਦਿਮਾਗ 'ਚ ਰਜਿੰਦਰ ਕੌਰ ਭੱਠਲ ਆਉਂਦੇ ਨੇ, ਐਕਸ ਸੀਐਮ ਰਹੇ ਨੇ, ਇੱਕ ਤਾਕੜ ਲੀਡਰ ਰਹੇ ਨੇ। ਇਸ ਵਕਤ ਕਾਂਗਰਸ ਨੇ ਉਹਨਾਂ ਨੂੰ ਹਾਸ਼ੀਏ ਤੇ ਕਿਉਂ ਕਰ ਦਿੱਤਾ? ਟਿਕਟ ਜ਼ਰੂਰ ਦਿੱਤੀਆਂ ਉਹਨਾਂ ਨੂੰ, ਪਿਛਲੇ ਦਿਨੀ ਕੰਪੇਨ ਕੀਤੀ ਗਈ 30 ਪੰਜਾਬ ਦੀ, ਆਪਣਾ ਹੱਕ ਜਾਣ ਦੀ। ਉੱਥੇ ਮਨੀਸ਼ਾ ਲਾਂਬਾ ਸੀ, ਨਵਜੋਤ ਕੌਰ ਸਿੱਧੂ ਸੀ, ਉਸ ਵਕਤ ਰਜਿੰਦਰ ਕੌਰ ਭੱਠਲ ਨਹੀਂ ਸੀ। ਵੈਸੇ ਤਾਂ ਇਹ ਅੰਦਰਲੀਆਂ ਗੱਲਾਂ ਨੇ, ਮੈਂ ਜਿਵੇਂ ਦੱਸਿਆ ਆਮ ਨੋਟ ਅ ਲੀਡਰ, ਬਟ ਜਿੰਨਾ ਕਿ ਮੈਨੂੰ ਕਾਂਗਰਸ ਪਾਰਟੀ ਬਾਰੇ ਪਤਾ ਜਾਂ ਪਾਰਟੀ ਦੇ ਡੈਕੋਰਮ ਬਾਰੇ ਪਤਾ ਬਾਹਰੋਂ ਰਹਿ ਕੇ, ਕਿਉਂਕਿ ਆਮ ਨੋਟ ਇਨਟੂ ਇਟ। ਗੋਲਡੀ ਜੀ ਇਜ਼ ਅ ਹਿੱਸਾ ਆਫ ਦਿਸ ਥਿੰਗ, ਮੈਂ ਉਹਨਾਂ ਤੋਂ ਬਾਹਰ ਹਾਂ। ਤੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਜੇ ਇਹ ਕੋਈ ਇਹੋ ਜਿਹਾ ਪਲੇਟਫਾਰਮ ਮਿਲਦਾ ਤਾਂ ਹਮੇਸ਼ਾ ਮੈਡਮ ਨੂੰ ਬੁਲਾਇਆ ਹੀ ਜਾਂਦਾ। ਮੈਂ 2 ਵਾਰੀ ਇੱਥੇ ਮਹਿਲਾਵਾਂ ਦਾ ਸਤਰ ਉੱਤਾ ਚੱਕਣ ਵਾਸਤੇ, ਕਿਉਂਕਿ ਮੈਂ ਖੁਦ ਇੱਕ ਲੇਡੀ ਹਾਂ, ਆਦੀ ਆਬਾਦੀ ਪੂਰਾ ਹੱਕ ਅਸੀਂ 2 ਵਾਰ ਆਰਗੇਨਾਈਜ਼ ਕੀਤਾ, ਤੇ ਮੈਡਮ ਭੱਠਲ ਜੀ ਵੀ ਸਾਡੇ ਉੱਥੇ। ਇੱਕ ਵਾਰੀ ਮੈਂ ਮੈਡਮ ਪਰਨੀਤ ਕੌਰ ਜੀ ਨੂੰ ਬੁਲਾਇਆ ਸੀ। ਤਾਂ ਜਿਹੜੇ ਲੀਡਰ ਫੇਸ ਲੋਕਾਂ ਲਈ ਬਹੁਤ ਇੱਕ ਤਵੱਜੋ ਰੱਖਦੇ ਨੇ, ਲੇਡੀਜ਼ ਲਈ, ਉਹਨਾਂ ਨੂੰ ਹਮੇਸ਼ਾ ਹੀ ਕਾਂਗਰਸ ਨੇ ਅੱਗੇ ਲੈ ਕੇ ਆਉਣ ਦਾ ਪਲੇਟਫਾਰਮ ਦਿੱਤਾ ਹੀ ਦਿੱਤਾ। ਆਪਾਂ ਜਲੰਧਰ ਚੱਲਦੇ ਹਾਂ। ਜਲੰਧਰ 'ਚ ਬਗਾਵਤ ਕੀਤੀ ਹੈ ਗੀਤਾ ਸੇਠੀ ਜੀ ਨੇ, ਕਿਉਂਕਿ ਬੇਰੀ ਸਾਹਿਬ ਨੂੰ ਟਿਕਟ ਦੇ ਦਿੱਤੀ ਗਈ, ਉਹਨਾਂ ਨੂੰ ਦਿੱਤੀ ਨਹੀਂ। ਇੱਥੇ ਫਿਰ ਔਰਤਾਂ ਨੂੰ ਤਵੱਜੋ ਕਿਉਂ ਨਹੀਂ ਦਿੱਤੀ ਗਈ? ਉਹਨਾਂ ਨੂੰ ਬਗਾਵਤ ਕਰਨ ਦੀ ਨੌਬਤ ਆ ਜਾਂਦੀ ਹੈ। ਨਹੀਂ, ਇਹ ਮੈਂ ਜਿਵੇਂ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਕਿ ਤੁਸੀਂ ਪੋਲੀਟੀਕਲੀ ਤਾਂ ਮੈਨੂੰ ਬਹੁਤ ਜ਼ਿਆਦਾ ਪਾਰਟੀ ਬਾਰੇ ਪਤਾ ਨਹੀਂ। ਐਜ਼ ਫੀਮੇਲ ਗੱਲ ਕਰ ਲੈਂਦੇ, ਐਜ਼ ਅ ਫੀਮੇਲ ਜੇ ਮੈਂ ਗੱਲ ਕਰਾਂ, ਜੇ ਇਹਨੂੰ ਆਪਾਂ ਫੀਮੇਲ ਤੇ ਮੈਨ ਦੀ ਲੜਾਈ ਹਟਾ ਕੇ ਕੈਪੇਬਿਲਿਟੀ ਦੀ ਲੜਾਈ ਦੇਖ ਲਈਏ, ਕਿਉਂਕਿ ਕੈਪੇਬਿਲਿਟੀ ਪਾਰਟੀ ਨੇ ਦੇਖਣਾ। ਉਹਦੇ ਬਾਰੇ ਹੁਣ ਮੈਨੂੰ ਵੀ ਨਹੀਂ ਪਤਾ ਕਿ ਪਾਰਟੀ ਕਿਹੜੀ ਕ੍ਰਾਈਟੇਰੀਆਜ਼ ਰੱਖਦੀ ਹੈ। ਮੇ ਬੀ ਉਹ ਕ੍ਰਾਈਟੇਰੀਆਜ਼ ਤੇ ਨਾ ਉਤਰੇ ਹੋਣ ਤੇ ਦੂਜੇ ਪਾਸੇ ਉਹ ਪੂਰੇ ਉਤਰ ਗਏ ਹੋਣ, ਇਹ ਇੱਕ ਰੀਜ਼ਨ ਹੋ ਸਕਦਾ। ਤੁਸੀਂ ਗੋਲਡੀ ਸਾਹਿਬ ਲਈ ਕੰਪੇਨ ਕਰ ਰਹੇ ਹੋ, ਕਈ ਸਾਲਾਂ ਤੋਂ ਤੁਹਾਡਾ ਸਾਥ ਬਣਿਆ ਹੋਇਆ, ਇਨਸ਼ਾਅੱਲਾ ਕਿ ਸਾਥ ਬਣਿਆ ਰਹੇ। ਤੇ ਇਸ ਵਕਤ ਜਦੋਂ ਤੁਸੀਂ ਚੋਣ ਕੰਪੇਨ ਕਰ ਰਹੇ ਹੋ, ਕਿਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ? ਨਹੀਂ, ਮੈਨੂੰ ਤਾਂ ਟੱਚਵੁੱਡ ਕੋਈ ਵੀ ਦਿੱਕਤ ਆਈ ਨਹੀਂ, ਤੇ ਪਰਮਾਤਮਾ ਕਰੇ ਜਿਵੇਂ ਤੁਸੀਂ ਕਿਹਾ ਇਨਸ਼ਾਅੱਲਾ ਕਦੇ ਦਿੱਕਤ ਕੋਈ ਆਵੇ ਵੀ ਨਾ। ਇਹ ਮੇਰਾ ਹਲਕਾ ਹੈ, ਮੇਰਾ ਪਰਿਵਾਰ ਹੈ। ਦਿੱਕਤਾਂ ਆਉਂਦੀਆਂ ਨੇ ਜਿਨ੍ਹਾਂ ਨੇ ਬਾਹਰੋਂ ਆਉਣਾ ਹੋਵੇ ਜਾਂ ਜਿਨ੍ਹਾਂ ਨੇ ਕਦੇ ਆਉਣਾ ਹੋਵੇ। ਭੋਗ, ਵਿਆਹ, ਸ਼ਾਦੀ, ਬੱਚਿਆਂ ਦੇ ਵਿਆਹ, ਕਈ ਕੁੜੀਆਂ ਦੇ ਵਿਆਹ ਅਸੀਂ ਹੱਥੀਂ ਕੀਤੇ ਨੇ, ਮੈਂ ਤੇ ਗੋਲਡੀ ਨੇ। ਕਈ ਕੁੜੀਆਂ ਨੂੰ ਅਸੀਂ ਕਾਲਜਸ ਦੀ ਫੀਸ ਭਰ ਰਹੇ ਹਾਂ, ਇੱਥੇ ਤੱਕ ਕਿ ਬੱਚਿਆਂ ਦੀ ਟਿਊਸ਼ਨ ਦੀ ਫੀਸ ਅਸੀਂ ਭਰ ਰਹੇ ਹਾਂ। ਅੱਜ ਤੋਂ ਨਹੀਂ, ਕਾਫੀ ਲੰਬੇ ਸਮੇਂ ਤੋਂ ਸਾਡੀ ਫਾਊਂਡੇਸ਼ਨ ਇਹ ਕੰਮ ਕਰਦੀ ਆ ਰਹੀ ਹੈ। ਇਹ ਸਾਰਾ ਹਲਕਾ, ਇੱਕ ਪਿੰਡ, ਇਹ ਮੇਰਾ ਪਰਿਵਾਰ ਹੈ। ਮੈਨੂੰ ਨਾ ਇੱਥੇ ਕਦੇ ਦਿੱਕਤ ਆਈ ਹੈ। ਹੱਥਾਂ ਤੇ ਚੱਕ ਲੈਂਦੇ ਨੇ, ਮਾਂ ਬੁੱਕਲਾਂ 'ਚ ਲੈ ਲੈਂਦੀਆਂ ਨੇ। ਇਹ ਤਾਂ ਸਾਡਾ ਹਲਕਾ, ਇੱਥੇ ਮੈਨੂੰ ਕਦੇ ਕੋਈ ਦਿੱਕਤ ਨਹੀਂ ਹੈ। ਇੱਕ ਚੀਜ਼ ਹੋਰ ਮੇਰੇ ਦਿਮਾਗ 'ਚ ਆ ਰਹੀ ਹੈ ਕਿ ਗੋਲਡੀ ਸਾਹਿਬ ਜੇ ਜਿੱਤ ਜਾਂਦੇ ਨੇ ਇਸ ਵਾਰ, ਤਾਂ ਤੁਸੀਂ ਅਜਿਹਾ ਕਿਹੜਾ ਪ੍ਰੋਜੈਕਟ ਹੈ ਮਹਿਲਾ ਹੋਣ ਦੇ ਨਾਤੇ ਗੋਲਡੀ ਸਾਹਿਬ ਨੂੰ ਸੁਜੈਸਟ ਕਰੋਗੇ ਕਿ ਆਹ ਚੀਜ਼ ਇੱਥੇ ਆਪਣੇ ਹਲਕੇ ਲਈ ਕੀਤੀ ਜਾਣੀ ਚਾਹੀਦੀ ਹੈ? ਇਹ ਆਲਰੇਡੀ ਮੇਰੀ ਪਲਾਨ ਹੋ ਚੁੱਕੀ ਹੈ। ਮੈਂ ਲੇਡੀਜ਼ ਵਾਸਤੇ ਕਿੱਤਾ ਲੈ ਕੇ ਆਉਣਾ ਚਾਹੁੰਦੀ ਹਾਂ, ਕਿਉਂਕਿ ਮੈਂ ਜਦ ਆਪਣੀਆਂ ਭੈਣਾਂ ਕੋਲੇ ਜਾਂਦੀ ਹਾਂ, ਜਦੋਂ ਮੈਨੂੰ ਕਹਿੰਦੇ ਨੇ ਕਿ ਮੇਰੀਆਂ ਬੀਬੀਆਂ ਜੱਫੀ ਪਾ ਲੈਂਦੀਆਂ ਤੇ ਸਾਈਡ ਤੇ ਲੈ ਜਾਂਦੀਆਂ, ਕਹਿੰਦੇ ਪੁੱਤ ਸੰਧਾਰਾ ਤੋਰਨਾ ਹੁੰਦਾ, ਤੇ ਮੈਂ ਤਾਂ ਪਹਿਲੀ ਤਾਂ ਗੱਲ ਉਹ ਮੈਨੂੰ ਥੈਂਕ ਯੂ ਕਰਦੇ ਨੇ, ਕਿਉਂਕਿ ਕਾਂਗਰਸ ਪਾਰਟੀ ਵੇਲੇ ਜਿਹੜੀ ਪੈਨਸ਼ਨ ਹੈ ਉਹ ਵਧੀ ਹੈ, 700 ਤੋਂ 1500 ਹੋ ਗਈ। ਇਹ ਵੀ ਉਹਨਾਂ ਨੂੰ ਬਹੁਤ ਵੱਡਾ, ਕਿਉਂਕਿ ਕਹਿੰਦੇ ਸਾਡੇ ਖਾਤੇ 2 ਮਹੀਨੇ ਦੇ ਜੋੜ ਲਈਏ 3000 ਰੁਪਇਆ ਬਣ ਜਾਂਦੀ ਹੈ। ਉਹਦੇ ਨਾਲ ਹੀ ਮੈਂ ਜੋ ਮੇਰਾ ਮੇਨ ਏਜੰਡਾ ਰਹੂਗਾ ਔਨ 22 ਤੋਂ ਲੈ ਕੇ, ਮੇਰਾ ਮੇਨ ਏਜੰਡਾ ਇਹੀ ਰਹੂਗਾ ਕਿ ਸਾਡੇ ਸੈਲਫ ਹੈਲਪ ਗਰੁੱਪਸ ਬਣੇ ਹੋਏ ਨੇ, ਮੈਂ ਉਹਨਾਂ ਨੂੰ ਵੀ, ਕਿਉਂਕਿ ਲੇਡੀ ਆਰਗੇਨਾਈਜ਼ ਬਿਨਾਂ ਕਿਸੇ ਪੋਲੀਟੀਕਲ ਪਾਰਟੀ ਤੋਂ ਆਰਗੇਨਾਈਜੇਸ਼ਨਸ ਬਣੀਆਂ ਹੋਈਆਂ ਨੇ, ਉਹਨਾਂ ਦੇ ਵਿੱਚ ਹੀ ਵੱਧ ਤੋਂ ਵੱਧ ਮੈਂ ਕੰਮ ਭੇਜ ਸਕਾਂ। ਇਹਦੇ ਤੇ ਕਾਫੀ ਹੱਦ ਤੱਕ ਮੇਰਾ ਕੰਮ ਵੀ ਹੋ ਚੁੱਕਿਆ ਸੀ, ਜਿਵੇਂ ਸਾਗ ਬਣਾਉਣਾ ਜਾਂ ਅਚਾਰ ਬਣਾਉਣੇ, ਜਾਂ ਜਿਨ੍ਹਾਂ ਨੂੰ ਸਿਲਾਈ ਕਢਾਈ ਆਉਂਦੀ ਹੈ। ਇੱਕ ਅਸੀਂ ਛੋਟੀ ਜਿਹੀ ਦੁਕਾਨ ਹੈ, ਮੇਰਾ ਪਲਾਨ ਹੈ, ਤੇ ਛੋਟੀ ਜਿਹੀ ਦੁਕਾਨ ਅਸੀਂ ਧੂਰੀ 'ਚ ਲੈ ਕੇ ਸੈਲਫ ਹੈਲਪ ਗਰੁੱਪਸ ਤੋਂ ਸਮਾਨ ਤਿਆਰ ਕਰਵਾ ਕੇ ਉੱਥੇ ਰੱਖਾਂਗੇ। ਇੱਕ ਮੇਰਾ ਲਾਸਟ ਸਵਾਲ, ਹੁਣ ਇਲੈਕਸ਼ਨਸ ਦਾ ਸੀਜ਼ਨ ਹੈ, ਦਿਲਚਸਪ ਰੋਮਾਂਚਕ ਮਾਹੌਲ ਹੈ ਜਿਹੜਾ ਬਣਿਆ ਹੋਇਆ। ਕਹਿੰਦੇ ਨੇ ਕਿ ਇੱਥੋਂ ਭਗਵੰਤ ਮਾਨ ਸਾਹਿਬ ਚੋਣ ਲੜਨਗੇ ਤੇ ਦੂਜੇ ਪਾਸੇ ਦਲਬੀਰ ਸਿੰਘ ਗੋਲਡੀ ਸਿਟਿੰਗ ਐਮਐਲਏ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ, ਚੁਣੌਤੀਆਂ ਨੂੰ ਤੁਸੀਂ ਕਿਸ ਤਰ੍ਹਾਂ ਨਾਲ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਸਾਹਮਣੇ ਰਹਿ ਸਕਦੀਆਂ? ਇਹ ਚੁਣੌਤੀ ਵੀ ਜੇ ਤੁਸੀਂ ਕਹਿ ਰਹੇ ਹੋ ਤਾਂ ਜਿਨ੍ਹਾਂ ਨੇ ਸਾਡੇ ਪਰਿਵਾਰ 'ਚ ਆਉਣਾ ਹੈ ਉਹਨਾਂ ਲਈ ਚੁਣੌਤੀ ਹੈ। ਅਸੀਂ ਤਾਂ ਆਪਣੇ ਪਰਿਵਾਰ 'ਚ ਹੀ ਹਾਂ, ਕਿਉਂਕਿ ਭਗਵੰਤ ਮਾਨ ਸਾਹਿਬ ਇੱਕ ਗੱਲਾਂ ਜੁਮਲੇ ਬਹੁਤ ਵਧੀਆ ਛੱਡ ਦਿੰਦੇ ਨੇ, ਪਰ ਪ੍ਰੈਕਟੀਕਲੀ ਗਰਾਊਂਡ 'ਚ ਉਹਨਾਂ ਦੀ ਨਾ ਪ੍ਰੈਜ਼ੈਂਸ ਹੈ। ਉਹਨਾਂ ਨੇ ਸਿਰਫ 14 ਚਾਹੇ ਵੋਟਾਂ ਲੈ ਗਏ, 19 ਚਾਹੇ ਵੋਟਾਂ ਲੈ ਗਏ,
ਕੋਈ ਸੁੱਖ ਦੁੱਖ 'ਚ ਟਰਸਟ ਮੀ ਜਸਮੀਤ ਕਿਸੇ ਸੁੱਖ ਦੁੱਖ 'ਚੋਂ ਕਦੇ ਨਹੀਂ ਆਏ ਔਰ ਅਸੀਂ ਦਿਨ ਰਾਤ ਆਪਣੇ ਲੋਕਾਂ 'ਚ ਰਹਿੰਦੇ ਆ। ਉਹਨਾਂ ਨੇ ਕਦੇ 5 ਲੀਡ ਵੀ ਵੱਧ ਧੂਰੀ ਚੋਂ ਮਿਲੀ ਆ ਉਹਨਾਂ ਨੂੰ। ਉਹਨਾਂ ਨੇ ਕਿਉਂਕਿ ਉਹ ਗੋਲਡੀ ਦੇ ਆਪੋਜ਼ਿਟ ਨਹੀਂ ਸੀ ਜਦ ਉਹਨਾਂ ਨੂੰ ਲੀਡ ਮਿਲੀ ਸੀ, ਐਤਕੀ ਗੋਲਡੀ ਦੇ ਆਪੋਜ਼ਿਟ ਨੇ। ਫਰਕ ਚਿਹਰਿਆਂ ਦਾ ਹੈ, ਫਰਕ ਕਿਰਦਾਰ ਦਾ ਹੈ। ਕਿਰਦਾਰ ਔਰ ਚਿਹਰੇ ਬਹੁਤ ਮੈਟਰ ਕਰਦੇ ਨੇ, ਪਾਰਟੀਆਂ ਮੈਟਰ ਨਹੀਂ ਕਰਦੀਆਂ। ਕਿਉਂਕਿ ਜਸਮੀਤ ਆਪਾਂ ਦੋ ਇਕੱਠੇ ਹੋ ਗਏ, ਆਪਾਂ ਇੱਕ ਪਾਰਟੀ ਬਣਾ ਲਈ, ਰਿਹਾ ਕੌਣ? ਜਸਮੀਤ ਤੇ ਸਿਮਰ। ਨਾਮ ਮੈਟਰ ਕਰਦਾ ਹੈ, ਪਿੱਛੇ ਕਿਹੜੀ ਪਾਰਟੀ ਕੌਣ ਹੈ। ਇਸ ਵਾਰ ਵੀ ਭਗਵੰਤ ਮਾਨ ਜੀ ਆਉਣ ਤੇ ਉਹਨਾਂ ਦਾ ਬਹੁਤ ਅਸੀਂ ਅੱਛੀ ਤਰ੍ਹਾਂ ਸਵਾਗਤ ਕਰਾਂਗੇ ਕਿਉਂਕਿ ਸਾਡੇ ਪਰਿਵਾਰ ਚ ਆ ਰਹੇ ਨੇ। ਵੈਸੇ ਵੀ ਪੰਜਾਬੀ ਬਾਹਰਲਿਆਂ ਦਾ ਸਵਾਗਤ ਬਹੁਤ ਚੰਗੀ ਤਰ੍ਹਾਂ ਕਰਦੇ ਨੇ। ਬਹੁਤ ਬਹੁਤ ਸ਼ੁਕਰੀਆ ਸਿਮਰਤ ਤੁਹਾਡਾ। ਤੇ ਸਨ ਸਾਡੇ ਨਾਲ ਸਿਮਰਤ ਕੌਰ ਖੰਗੂੜਾ ਜਿਨ੍ਹਾਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੇ ਇਸ ਵਾਰ ਉਹਨਾਂ ਦੇ ਹਸਬੈਂਡ ਦਲਬੀਰ ਸਿੰਘ ਗੋਲਡੀ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨੇ। ਰੋਮਾਂਚਕ ਮੈਚ ਇੱਥੇ ਹੋ ਸਕਦਾ ਹੈ। ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੇ ਤਜਰਬੇ ਸਿਮਰਤ ਨੇ ਸਾਡੇ ਨਾਲ ਸਾਂਝੇ ਕੀਤੇ। ਉਮੀਦ ਕਰਦੇ ਹਾਂ ਕਿ ਸਾਡੀ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਏਗੀ। ਕੈਮਰਾਮੈਨ ਹਰਦੀਪ ਤੇ ਹੈਪੀ ਦੇ ਨਾਲ ਮੈਂ ਜਸਮੀਤ ਕੌਰ, ਡੇਲੀ ਪੋਸਟ ਪੰਜਾਬੀ, ਧੂਰੀ।